ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨ ਪਹਿਲਾਂ ਮੈਂ ਚਮਤਕਾਰ ਬਾਰੇ ਆਪਣੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕੀਤੇ ਸੀ, ਚਮਤਕਾਰ ਵਿਸ਼ੇ ਦੇ ਉੱਪਰ। ਤੋ ਉਹਨਾਂ ਵਿਚਾਰਾਂ ਨੂੰ ਲੈ ਕੇ ਕੁਝ ਜਿਹੜੀ ਹੈ ਮੈਂ ਵਧੇਰੇ ਸਪਸ਼ਟਤਾ ਦੇਣ ਲਈ ਇਹ ਮੈਂ ਜ਼ਰੂਰੀ ਸਮਝਣਾ ਕਿ ਮੈਂ ਦਰਸ਼ਕਾਂ ਦੇ ਨਾਲ ਇੱਕ ਵਾਰੀ ਫਿਰ ਰੂਬਰੂ ਹੋਵਾਂ। ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਮੇਰੀ ਬੇਸਿਕ ਸਟੇਟਮੈਂਟ ਸੀਗੀ, ਮਾਈ ਓਪਨਿੰਗ ਸਟੇਟਮੈਂਟ, ਮੇਰੀ ਸ਼ੁਰੂਆਤੀ ਸਟੇਟਮੈਂਟ ਇਹ ਸੀਗੀ ਕਿ ਚਮਤਕਾਰ ਕੁਦਰਤ ਦੇ ਵਿਰੋਧ ਵਿੱਚ ਨਹੀਂ ਹੁੰਦੇ, ਬਲਕਿ ਚਮਤਕਾਰ ਕੁਦਰਤ ਪ੍ਰਤੀ ਸਾਡੀ ਸਮਝ ਦੇ ਵਿਰੋਧ ਵਿੱਚ ਹੁੰਦੇ, ਜਿਨ੍ਹਾਂ ਨੂੰ ਅਸੀਂ ਚਮਤਕਾਰ ਕਹਿ ਦਿੰਦੇ ਹਾਂ। ਔਰ ਫਿਰ ਮੰਨਣ ਤੋਂ ਵੀ ਕਈ ਵਾਰੀ ਅਸੀਂ ਇਨਕਾਰ ਕਰ ਦਿੰਦੇ ਹਾਂ। ਇਹ ਠੀਕ ਹੈ ਕਿ ਬਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੀ ਪੋਸੀਬਿਲਿਟੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਜਿਸ ਤਰ੍ਹਾਂ ਅਸੀਂ ਹੁਣ ਕਹੀਏ ਕਿ ਕੋਈ ਬੰਦਾ ਆਸਮਾਨ ਹੀ ਉੱਡ ਗਿਆ, ਉੱਡ ਰਿਹਾ। ਸੋ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਉਹ ਨਹੀਂ ਉਸ ਰੈਲਮ ਦੇ ਵਿੱਚ ਆਉਂਦੀਆਂ। ਲੇਕਿਨ ਇਹ ਨੇਚਰ ਜਿਹੜੀ ਹੈ, ਨੇਚਰ ਦੇ ਵਿੱਚ ਇਹ ਸੰਭਾਵਨਾ ਦੇ ਨਾਲ ਭਰੀ ਪਈ ਹੈ। ਨੇਚਰ ਵਿਸਮਾਦ ਦੇ ਨਾਲ ਭਰੀ ਪਈ ਹੈ। ਨੇਚਰ ਬਹੁਤ ਵਿਸਮਾਦੀ ਨੇਚਰ ਹੈ। ਇਸ ਨੇਚਰ ਦੇ ਵਿੱਚ ਵੀ ਕੁਝ ਐਸੀਆਂ ਘਟਨਾਵਾਂ ਕਈ ਵਾਰੀ ਵਾਪਰ ਜਾਂਦੀਆਂ ਜੋ ਕਿ ਕੁਦਰਤ ਦੇ ਪ੍ਰਤੀ ਸਾਡੀ ਸਮਝ ਦੇ ਉਲਟ ਹੁੰਦੀਆਂ, ਔਰ ਸਾਨੂੰ ਲੱਗਦਾ ਕਿ ਇਹ ਕੋਈ ਚਮਤਕਾਰ ਹੈ, ਜਾਂ ਇਹ ਕੋਈ ਅਜੂਬਾ ਹੈ, ਜਾਂ ਕੋਈ ਵੰਡਰ ਵਾਪਰ ਗਿਆ, ਜਾਂ ਕੋਈ ਐਸੀ ਘਟਨਾ ਵਾਪਰ ਗਈ ਹੈ ਕਿ ਜਨਰਲੀ ਜਿਹੜੀ ਵਾਪਰਦੀ ਨਹੀਂ ਹੈ। ਉਹਦੇ ਵਿੱਚ ਮੈਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਉਸ ਆਪਣੇ ਵਾਰਤਾਲਾਪ ਦੇ ਵਿੱਚ। ਇੱਕ ਜ਼ਿਕਰ ਕੀਤਾ ਸੀ ਮੈਂ ਇੱਕ ਮਛਲੀ ਦਾ, ਜੋ ਕਿ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਲੈ ਕੇ ਨਹੀਂ ਸੀ, ਇੱਕ ਜਨਰਲ ਇੱਕ ਉਸ ਪੁਆਇੰਟ ਆਫ ਵਿਊ ਦੇ ਬਾਰੇ ਵਿੱਚ ਸੀ, ਜਿਹਦੇ ਵਿੱਚ ਕਈ ਪ੍ਰਚਾਰਕ ਕਹਿੰਦੇ ਨੇ ਕਿ ਨਹੀਂ ਬਈ ਐਸਾ ਕੋਈ ਕਦੇ ਨਹੀਂ ਹੋ ਸਕਦਾ ਕਿ ਮਛਲੀ ਪਾਣੀ ਬਿਨਾਂ ਰਹਿ ਸਕੇ। ਤੇ ਉਹਦੇ ਉੱਪਰ ਮੈਂ ਕਮੈਂਟ ਕੀਤਾ ਸੀ ਕਿ ਨਹੀਂ, ਮਛਲੀ ਦੀ ਇੱਕ ਪ੍ਰਜਾਤੀ ਐਸੀ ਹੈ ਜਿਹੜੀ ਕਿ ਪਾਣੀ ਦੇ ਬਿਨਾਂ ਕੁਝ ਦਿਨ ਕੁਝ ਹਫ਼ਤੇ ਰਹਿ ਸਕਦੀ ਹੈ, ਔਰ ਉਹ ਮੈਂਗਰੋਵ ਫੋਰੈਸਟ ਦੀ ਮਛਲੀ ਹੈ। ਕਿਲੀ ਫਿਸ਼ ਕਰਕੇ ਉਹਨੂੰ ਕਹਿੰਦੇ ਨੇ। ਉਹਦਾ ਬੋਟਨੀਕਲ ਨੇਮ ਜਿਹੜਾ ਉਹ ਕੁਝ ਡਿਫਰੈਂਟ ਹੋਵੇਗਾ, ਲੇਕਿਨ ਉਹ ਫਿਸ਼ ਐਸੀ ਹੈ ਜਿਹੜੀ ਕਿ ਜਿਹੜੇ ਪਾਣੀ ਉਤਰਦਾ ਤੇ ਉਹ ਕਈ ਵਾਰੀ ਆਪਣੇ ਅੰਡੇ ਦੇਣ ਵਾਸਤੇ ਬ੍ਰਿਕ ਤੇ ਚੜ ਕੇ ਉਹਦੇ ਪੱਤਿਆਂ ਵਿੱਚ ਆਪਣੇ ਅੰਡੇ ਦਿੰਦੀ ਹੈ। ਕਈ ਵਾਰੀ ਡਰਾਈ ਲੈਂਡ ਦੇ ਉੱਪਰ ਵੀ ਦਿੰਦੀ ਹੈ, ਕਈ ਵਾਰੀ ਕੀਚੜ ਵਿੱਚ ਵੀ ਦਿੰਦੀ ਹੈ। ਇਸ ਲਈ ਪਾਣੀ ਵਾਪਸ ਆਉਂਦਾ ਤੇ ਉਹ ਪ੍ਰਜਨਨ ਪ੍ਰਕਿਰਿਆ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ, ਔਰ ਉਹਨਾਂ ਅੰਡਿਆਂ ਦੇ ਵਿੱਚੋਂ ਫਿਰ ਮਛਲੀਆਂ ਹੋਰ ਨਿਕਲਦੀਆਂ। ਸੋ ਇਹ ਜਿਹੜੀ ਮੇਰੀ ਸਟੇਟਮੈਂਟ ਸੀਗੀ, ਇਹ ਕੁਝ ਸੱਜਣਾਂ ਨੇ ਸ਼ਾਇਦ ਇਹ ਸੋਚਿਆ ਕਿ ਮੈਂ ਇਹ ਸਟੇਟਮੈਂਟ ਗਲਤ ਦਿੱਤੀ ਹੈ। ਇਹ ਸਟੇਟਮੈਂਟ ਮੈਂ ਗਲਤ ਨਹੀਂ ਦਿੱਤੀ। ਮੈਨੂੰ ਜੋ ਇਨਫੋਰਮੇਸ਼ਨ ਹੈ ਔਰ ਮੈਂ ਉਸ ਇਨਫੋਰਮੇਸ਼ਨ ਦੇ ਮੁਤਾਬਕ ਹੀ ਇਹ ਸਟੇਟਮੈਂਟ ਜਿਹੜੀ ਹੈ ਉਹ ਦਿੱਤੀ, ਕਿਉਂਕਿ ਐਸੀ ਇਹਨੂੰ ਮੈਂਗਰੋਵ ਕਿਲੀ ਫਿਸ਼ ਕਹਿੰਦੇ ਨੇ ਜ਼ਿਆਦਾਤਰ ਕਾਮਨਲੀ ਇਹਨੂੰ, ਤੇ ਇਹ ਉੱਥੇ ਰਹਿੰਦੀ ਹੈ, ਇਹ ਪਾਣੀ ਦੇ ਬਿਨਾਂ ਰਹਿ ਸਕਦੀ ਹੈ, ਔਰ ਅੰਡੇ ਵੀ ਜਾ ਕੇ ਕਈ ਵਾਰੀ ਪਾਣੀ ਤੋਂ ਬਗੈਰ ਬ੍ਰਿਕਾਂ ਦੇ ਉੱਪਰ ਪੱਤਿਆਂ ਉੱਪਰ ਦਿੰਦੀ। ਸੈਕੰਡ ਮੇਰੀ ਸਟੇਟਮੈਂਟ ਸੀਗੀ, ਮੈਂ ਇੱਕ ਮਾਈਕਲ ਜਿਹਨੂੰ ਹੈਡਲੈਸ ਚਿਕਨ ਕਹਿੰਦੇ ਨੇ, ਉਹ ਘਟਨਾ 1945 ਦੇ ਲਾਗੇ ਵਾਪਰੀ ਸੀ ਅਮਰੀਕਾ ਦੇ ਵਿੱਚ। ਮੈਂ ਇਹਨੂੰ ਜਰਮਨ ਕਹਿ ਗਿਆ ਤਾਂ ਕਈਆਂ ਨੇ ਇਹਦੀ ਗਲਤੀ ਕੱਢ ਲਈ ਕਿ ਜਰਮਨ ਕਹਿ ਦਿੱਤਾ। ਸੋ ਇੰਪੋਰਟੈਂਟ ਇਹ ਨਹੀਂ ਸੀ ਕਿ ਵੀ ਉਹ ਕਿਹੜੇ ਮੁਲਕ 'ਚ ਵਾਪਰੀ, ਇੰਪੋਰਟੈਂਟ ਇਹ ਸੀਗਾ ਕਿ ਘਟਨਾ ਕੀ ਸੀ। ਜੋ ਮੈਂ ਘਟਨਾ ਉੱਥੇ ਜਿਹਦਾ ਤਸਕਰਾ ਮੈਂ ਉੱਥੇ ਕੀਤਾ, ਜਿਹਦਾ ਜ਼ਿਕਰ ਮੈਂ ਉੱਥੇ ਕੀਤਾ, ਉਹ ਮੈਂ ਬਿਲਕੁਲ ਕਰੈਕਟ ਕੀਤਾ ਆਪਣੀ ਇਨਫੋਰਮੇਸ਼ਨ ਦੇ ਮੁਤਾਬਕ। ਔਰ ਜਿਸ ਵੇਲੇ ਇਹ ਮੈਂ ਰਿਪੀਟ ਕਰਦਾ ਕਿ ਜਿਸ ਵੇਲੇ ਉਸ ਮੁਰਗੇ ਨੂੰ ਉਹਦੇ ਮਾਲਕ ਨੇ ਉਹਦਾ ਸਿਰ ਵੱਢਿਆ, ਉਹਦੀ ਚੁੰਝ ਵੀ, ਉਹਦਾ ਹੈਡ ਉੱਪਰਲਾ ਖੋਪਰ ਜਿਹੜਾ ਉਹ ਉਤਰ ਗਿਆ ਗਰਦਨ ਤੋਂ। ਉਹ ਤੁਸੀਂ ਪਿਕਚਰਸ ਦਰਸ਼ਕ ਜਿਹੜੇ ਨੇ ਉਹਦੀਆਂ ਦੇਖ ਸਕਦੇ ਹੋ, ਫੋਟੋਗ੍ਰਾਫਸ ਜਿਹੜੀਆਂ ਉਦੋਂ ਦੀਆਂ ਅਖਬਾਰਾਂ ਵਿੱਚ ਆਈਆਂ ਜਾਂ ਉਦੋਂ ਦੀ ਫੋਟੋਗ੍ਰਾਫੀ ਜਦੋਂ ਹੋਈ ਉਸ ਮੁਰਗੇ ਦੀ, ਉਹਦੇ ਵਿੱਚ ਉਹਦੀਆਂ ਪਿਕਚਰਾਂ ਦੇਖ ਸਕਦੇ ਨੇ ਕਿ ਉਹਦੀ ਗਰਦਨ ਨਹੀਂ ਹੈ। ਤੇ ਉਹ ਕਿਉਂ ਐਸਾ ਵਾਪਰਿਆ, ਉਹਦੀ ਐਕਸਪਲੇਨੇਸ਼ਨ, ਮੈਡੀਕਲ ਐਕਸਪਲੇਨੇਸ਼ਨ ਕਈਆਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਦਿੱਤੀ ਉਹਦੀ ਐਕਸਪਲੇਨੇਸ਼ਨ ਕਿ ਉਹਦੀ ਜਿਹੜੀ ਸ਼ਾਹ ਰਗ ਹੈ ਉਹ ਕੱਟੀ ਨਹੀਂ ਗਈ, ਉਹ ਕਟੋਈ, ਲੇਕਿਨ ਉਹ ਇੱਕਦਮ ਕਲੌਟ ਉਹਦੇ 'ਚ ਆ ਗਿਆ। ਕਲੌਟ ਆਉਣ ਦੇ ਕਾਰਨ ਉਹ ਕਿਉਂਕਿ ਉਹਦੀ ਸ਼ਾਹ ਰਗ ਬੰਦ ਹੋ ਗਈ ਔਰ ਉਹਦਾ ਬਲੱਡ ਲਾਸ ਨਹੀਂ ਹੋਇਆ, ਇਸ ਕਰਕੇ ਉਹ ਮੁਰਗਾ ਜ਼ਿੰਦਾ ਰਿਹਾ। ਸੈਕੰਡਲੀ ਕਿ ਉਹਦਾ ਬ੍ਰੇਨ ਦਾ ਸਟੈਮ ਜਿਹੜਾ ਪਾਰਟ ਸੀਗਾ ਉਹ ਥੋੜਾ ਬਚਿਆ ਰਿਹਾ, ਜਿਹਦੇ ਨਾਲ ਉਹ ਫਿਜ਼ੀਕਲ ਐਕਟੀਵਿਟੀ ਕਰਦਾ ਰਿਹਾ। ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਸਾਇੰਟਿਫਿਕ ਐਕਸਪਲੇਨੇਸ਼ਨ ਜਿਹੜੀ ਆ ਉਹ ਆਪਣੀ ਜਗ੍ਹਾ ਤੇ ਮੌਜੂਦ ਹੈ, ਦਿੱਤੀ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਫੈਕਟ ਵੀ ਆਪਣੀ ਜਗ੍ਹਾ ਮੌਜੂਦ ਹੈ ਕਿ ਕਈ ਬੰਦਿਆਂ ਨੇ ਉਹ ਸਾਰੀ ਪ੍ਰਕਿਰਿਆ ਕਿ ਹੋਰ ਮੁਰਗਿਆਂ ਨਾਲ ਰਿਪੀਟ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਵੀ ਕਿਆ ਮੁਰਗਾ ਇਸ ਤਰ੍ਹਾਂ ਜ਼ਿੰਦਾ ਰਹਿੰਦਾ, ਲੇਕਿਨ ਕੋਈ ਵੀ ਮੁਰਗਾ ਉਹ ਗਰਦਨ ਨੂੰ ਉਸ ਨੋਇਤ ਤੱਕ ਕੱਟਣ ਤੋਂ ਬਾਅਦ ਜ਼ਿੰਦਾ ਨਹੀਂ ਰਿਹਾ, ਕੋਈ ਵੀ ਸਕਸੈਸਫੁਲ ਨਹੀਂ ਹੋਇਆ ਆਪਣੀ ਇਸ ਕੋਸ਼ਿਸ਼ ਦੇ ਵਿੱਚ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ 1945 ਤੋਂ ਲੈ ਕੇ
1945 ਤੋਂ ਲੈ ਕੇ ਤੇ ਅੱਜ ਤੱਕ ਦੀ ਨੌਨ ਹਿਸਟਰੀ ਜਿਹੜੀ ਹੈ, ਰਿਕਾਰਡਡ ਹਿਸਟਰੀ, ਉਹਦੇ ਵਿੱਚ ਕੋਈ ਵੀ ਐਸਾ ਕੇਸ ਕਿਸੇ ਵੀ ਮੁਰਗੇ ਦਾ ਨਹੀਂ ਆਇਆ ਕਿ ਜਿਹਦੇ ਵਿੱਚ ਉਹਦੀ ਗਰਦਨ ਉਸ ਢੰਗ ਨਾਲ ਕੱਟੀ ਗਈ ਹੋਏ, ਉਨੀ ਹੱਦ ਤੱਕ ਕੱਟੀ ਗਈ ਹੋਏ ਕਿ ਗਰਦਨ ਨਜ਼ਰ ਹੀ ਨਾ ਆ ਰਹੀ ਹੋਏ ਸਿਰ ਦੇ ਉੱਪਰ, ਤੇ ਮੁਰਗਾ ਜਿਹੜਾ ਉਹ 18 ਮਹੀਨੇ ਚੱਲਦਾ ਫਿਰਦਾ, ਖਾਂਦਾ ਪੀਂਦਾ ਰਵੇ, ਔਰ ਉਹਦਾ 2.5 ਪਾਉਂਡ ਤੋਂ ਵਜ਼ਨ ਵੱਧ ਕੇ 8 ਪਾਉਂਡ ਤੱਕ ਚਲਾ ਜਾਏ। ਇਹ ਘਟਨਾ ਉਸ ਮੁਰਗੇ ਨਾਲ ਵਾਪਰੀ ਸੀ, ਔਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਦਾ ਘਟਨਾ ਦਰਜ ਹੈ। ਸੋ इट इज ए वेरी रेयरेस्ट केस। एक हाईली एक ऐसी प्रोबेबिलिटी है, कुदरत की एक ऐसी संभावना है, क्योंकि मैं शुरुआती दौर च कह चुका कि कुदरत जिहड़ी है संभावना दे नाल भरी हुई है, विस्मादी संभावनावां इहदे विच जिहड़ियां कि साडी समझ तो कई वारी परे जाके निकलदियां और बड़े रेयरेस्ट केस विच निकलदियां। सो हुण ते करोड़ां ते अरबां मुर्गे कट्टे गए उहदे तो बाद, लेकिन फिर कोई मुर्गा इस तरह क्यों नहीं 18 महीने जिंदा बच पाया। सो उस घटना ਵੱਲ ਜੇ ਅਸੀਂ ਦੇਖਾਂਗੇ ਤੇ ਉਹ ਇੱਕ ਵਿਸਮਾਦੀ ਘਟਨਾ ਜਿਹੜੀ ਨੌਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਘਟੀ, ਉਹ ਪਹਿਲੀ ਐਸੀ ਘਟਨਾ ਸੀ, ਔਰ ਸਾਡੀ ਅੰਡਰਸਟੈਂਡਿੰਗ ਦੇ ਮੁਤਾਬਕ ਬਾਅਦ ਵਿੱਚ ਕਦੇ ਨਹੀਂ ਉਹ ਘਟਨਾ ਐਸੀ ਵਾਪਰੀ, ਤੇ ਨਾ ਹੀ ਵਾਪਰਨ ਦਾ ਕੋਈ ਚਾਂਸ ਨੇੜੇ ਤੇੜੇ ਫਿਊਚਰ ਵਿੱਚ ਨਜ਼ਰ ਆਉਂਦਾ। ਲੇਕਿਨ ਫਿਰ ਵੀ ਇਹ ਕਾਦਰ ਦੀ ਕੁਦਰਤ ਹੈ, ਇਹ ਸੰਭਾਵਨਾ ਨਾਲ ਭਰੀ ਹੋਈ ਹੈ ਤੇ ਕੁਝ ਵੀ ਹੋਣ ਦੀ ਪੋਸੀਬਿਲਿਟੀ ਰਹਿੰਦੀ ਹੈ। ਇੱਕ ਹੋਰ ਮੈਂ ਬੜਾ ਇਹਦੇ ਵਿੱਚ ਐਡ ਕਰਨਾ ਚਾਹਾਂਗਾ, ਉਹਦੀ ਚਮਤਕਾਰ ਬਾਰੇ ਜਿਹੜੀ ਮੇਰੀ ਉਹ ਚਰਚਾ ਸੀ ਕਿ ਕਈ ਵਾਰੀ ਜਿਹੜੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ, ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਕੁਦਰਤ ਦੇ ਕਿਸੇ ਪ੍ਰੋਸੈਸ ਦੇ ਵਿੱਚੋਂ ਨਿਕਲੀਆਂ ਹੁੰਦੀਆਂ, ਬਟ ਚੂੰਕਿ ਸਾਨੂੰ ਸਮਝ ਨਹੀਂ ਆਉਂਦੀਆਂ, ਇਸ ਵਾਸਤੇ ਅਸੀਂ ਉਹਨੂੰ ਵੰਡਰਫੁਲ, ਵਿਸਮਾਦੀ ਜਾਂ ਚਮਤਕਾਰੀ ਕਹਿ ਦਿੰਦੇ ਹਾਂ। ਮਹਾਰਾਜ ਨੇ ਹੁਣ ਪਾਣੀ ਬਾਰੇ, ਮਹਾਰਾਜ ਨੇ ਹਵਾ ਬਾਰੇ, ਮਹਾਰਾਜ ਨੇ ਆਸਾ ਦੀ ਵਾਰ ਦੇ ਵਿੱਚ ਕਿਹਾ ਕਿ ਇਹ ਵੀ ਚੀਜ਼ਾਂ ਵਿਸਮਾਦ ਨਾਲ ਭਰੀਆਂ, ਇਹ ਵੀ ਉਤਨੀਆਂ ਆਸਾਨ ਨਹੀਂ ਹਨ ਜਿੰਨੀਆਂ ਅਸੀਂ ਇਹਨਾਂ ਨੂੰ ਸਮਝਦੇ ਹਾਂ। ਇਹਨਾਂ ਦੇ ਵਿੱਚ ਅਜੇ ਵੀ ਵਿਸਮਾਦ ਜਿਹੜਾ ਉਹ ਤੱਤ ਛਿਪਿਆ, ਜਿਹੜਾ ਕਿਤੇ ਨਾ ਕਿਤੇ ਕਿਸੇ ਪੁਆਇੰਟ ਦੇ ਉੱਪਰ ਸਾਨੂੰ ਕਿਸੇ ਹੋਰ ਤਰੀਕੇ ਨਾਲ ਸਮਝ ਆਏਗਾ। ਸੋ ਸਾਇੰਸ ਆਲਸੋ ਗੋਜ਼ ਲਾਈਕ ਦੈਟ, ਕਿ ਉਹ ਵੀ ਸੰਭਾਵਨਾਵਾਂ ਨੂੰ ਤਲਾਸ਼ਦੀ ਰਹਿੰਦੀ ਹੈ। ਹੁਣ ਜਿੱਥੇ ਤੱਕ ਪ੍ਰੋਬੇਬਿਲਿਟੀਜ਼ ਦਾ ਸੰਬੰਧ ਹੈ, ਤੇ ਪ੍ਰੋਬੇਬਿਲਿਟੀਜ਼ ਨੂੰ ਪਹਿਲੇ ਸਮਝਣਾ ਪਏਗਾ ਕਿ देयर आर मैथमेटिकल प्रोबेबिलिटीज, ਗਣਿਤ ਨੂੰ ਲੈ ਕੇ ਕਈ ਪ੍ਰੋਬੇਬਿਲਿਟੀਜ਼ ਹੁੰਦੀਆਂ, ਫਿਰ ਸਾਇੰਸ ਨੂੰ ਲੈ ਕੇ ਕਈ ਪ੍ਰੋਬੇਬਿਲਿਟੀਜ਼ ਹੁੰਦੀਆਂ, ਐਂਡ ਦੈਨ देयर आर ਫਿਲਾਸਫੀਕਲ ਪ੍ਰੋਬੇਬਿਲਿਟੀਜ਼, ਦਰਸ਼ਨ ਯਾਨੀ ਕਿ ਫਿਲਾਸਫੀ ਨੂੰ ਲੈ ਕੇ ਕਈ ਪ੍ਰੋਬੇਬਿਲਿਟੀਜ਼ ਹੁੰਦੀਆਂ। तो ਇਹ ਸੰਸਾਰ ਹਰ ਪ੍ਰਕਾਰ ਦੀ ਪ੍ਰੋਬੇਬਿਲਿਟੀਜ਼ ਨਾਲ ਭਰਿਆ ਹੈ। ਸਾਇੰਸ ਵੀ ਕਈ ਵਾਰੀ ਇੱਕ ਪ੍ਰੋਬੇਬਿਲਿਟੀ ਨੂੰ ਲੈ ਕੇ ਅੱਗੇ ਜਿਹੜੀ ਹੈ ਉਹ ਚੱਲਦੀ ਹੈ, ਜਿੱਥੇ ਉਹਨੂੰ ਸਮਝ ਨਾ ਆ ਰਹੀ ਹੋਏ, ਜਿਹਦੇ ਵਿੱਚ ਹਾਈਜ਼ਨਬਰਗ ਦਾ ਪ੍ਰਿੰਸੀਪਲ ਆਫ ਅਨਸਰਟੇਨਿਟੀ ਜਿਹੜਾ ਉਹ ਬੜਾ ਪੜ੍ਹਨਯੋਗ ਹੈ, ਕਿ ਵੀ ਕਿਸ ਤਰ੍ਹਾਂ ਇਹ ਕੁਦਰਤ ਦੇ ਵਿੱਚ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ। ਔਰ ਉਹਦੇ ਵਿੱਚ ਇੱਕ ਆਮ ਸਾਡੀ ਅੰਡਰਸਟੈਂਡਿੰਗ ਕੰਮ ਕਰਦੀ ਹੈ ਕਿ ਬੰਦੇ ਦੇ ਸ਼ਵਾਸ ਜਿਹੜੇ ਨਿਕਲ ਜਾਂਦੇ, ਪ੍ਰਾਣ ਨਿਕਲ ਜਾਂਦੇ, ਤੇ ਉਹ ਦੁਬਾਰਾ ਜ਼ਿੰਦਾ ਨਹੀਂ ਰਹਿ ਸਕਦਾ, ਜ਼ਿੰਦਾ ਨਹੀਂ ਹੋ ਸਕਦਾ। ਇੱਕ ਵਾਰੀ ਪ੍ਰਾਣ ਨਿਕਲੇ, ਜਾਨ ਗਈ ਤੇ ਬੰਦਾ ਗਿਆ। ਲੇਕਿਨ 1982 ਤੋਂ ਬਾਅਦ 38 ਐਸੇ ਰਿਕਾਰਡਡ ਕੇਸਿਸ ਹੋ ਚੁੱਕੇ ਜਿਹਦੇ ਵਿੱਚ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਕਿ ਬੰਦਾ ਡੈਡ ਹੈ। ਡਾਕਟਰਸ ਨੇ ਡਿਕਲੇਅਰ ਕਰਤਾ ਆਪਣੀ ਕੋਸ਼ਿਸ਼ ਕਰਨ ਤੋਂ ਬਾਅਦ, ਜਿਹਨੂੰ ਅਸੀਂ ਕਾਰਡੀਓ ਪਲਮਨਰੀ ਕੋਸ਼ਿਸ਼ ਕਹਿੰਦੇ ਆ, ਕਿ ਉਹ ਆਖਰ ਦੇ ਵਿੱਚ ਡਾਕਟਰ ਜਿਹੜਾ ਉਹ ਛਾਤੀ ਦੇ ਉੱਪਰ ਚੜ੍ਹ ਕੇ, ਛਾਤੀ ਦੇ ਉੱਪਰ ਯਾਨੀ ਕਿ ਆਪਣੇ ਹੱਥ ਜ਼ੋਰ ਲਗਾ ਕੇ ਬੰਦੇ ਦਾ ਸਾਹ ਵਾਪਸ ਲਿਆਉਣ ਵਾਸਤੇ, ਬੰਦੇ ਦੀ ਹਾਰਟ ਜਿਹੜਾ ਉਹਨੂੰ ਫੰਕਸ਼ਨਲ ਕਰਨ ਵਾਸਤੇ ਕੋਸ਼ਿਸ਼ ਕਰਦਾ, ਔਰ ਫਾਈਨਲੀ ਕਈ ਵਾਰੀ ਬਿਜਲੀ ਦੇ ਝਟਕੇ ਵੀ ਦਿੱਤੇ ਜਾਂਦੇ। ਸੋ ਐਸਾ ਕੇਸਿਸ ਕਈ ਹੋਏ ਨੇ, 38 ਐਸੇ ਰਿਕਾਰਡਡ ਕੇਸ ਹੋਏ ਨੇ, ਜਿਨ੍ਹਾਂ ਵਿੱਚ ਦੋ ਕੇਸਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੇ ਬੜੇ ਹੀ ਅਜੀਬੋ-ਗਰੀਬ ਕੇਸ ਔਰ ਮੈਡੀਕਲ ਹਿਸਟਰੀ ਦੇ ਰਿਕਾਰਡਡ ਕੇਸ ਨੇ ਉਹ ਵਾਪਰੇ। ਕਿ ਇੱਕ ਟੈਮਿਸ਼ਾ ਨਾਂ ਦਾ ਇਹ ਕੇਸ ਸੀ, ਮੈਸ਼ੀਗਨ USA ਦੇ ਵਿੱਚ ਹੋਇਆ। ਉਹਦੇ ਵਿੱਚ ਡਾਕਟਰਸ ਨੇ ਜਿਹੜੀ ਹੈ ਇਹ 23 ਅਗਸਤ 2020 ਨੂੰ ਹੋਇਆ ਇਹ ਕੇਸ। ਉਹਦੇ ਵਿੱਚ 30 ਮਿੰਟ ਲਾਏ ਉਹਨਾਂ ਨੇ, 30 ਮਿੰਟ ਲਾਏ ਉਹਨਾਂ ਨੇ ਰੈਸੀਕਿਊਸ਼ਨ ਪ੍ਰੋਸੀਜਰ ਦੇ ਵਿੱਚ, ਤੇ 30 ਮਿੰਟ ਲਾਉਣ ਤੋਂ ਬਾਅਦ ਉਹਨਾਂ ਨੇ ਡਿਕਲੇਅਰ ਕੀਤਾ ਕਿ ਨਹੀਂ ਬਈ ਇਹ ਬੰਦਾ ਡੈਡ ਹੈ, ਕਲੀਨਿਕਲੀ ਡੈਡ ਡਿਕਲੇਅਰ ਕਰਤਾ ਉਹਨੂੰ। ਔਰ ਉਹਦੇ ਡੈਡ ਡਿਕਲੇਅਰ ਹੋਣ ਤੋਂ ਬਾਅਦ ਕਈ ਘੰਟਿਆਂ ਬਾਅਦ ਜਿਲੇ ਉਹਦੀ ਬੋਡੀ ਜਿਹੜੀ ਹੈ ਉਹ ਫਿਊਨਰਲ ਹੋਮ ਦੇ ਵਿੱਚ ਲਿਆਂਦੀ ਗਈ, ਜਿੱਥੇ ਉਹਨੂੰ ਡਿਸਪੋਜ਼ ਆਫ ਕਰਨਾ ਸੀ। ਉੱਥੇ ਆ ਕੇ ਦੇਖਿਆ ਤੇ ਉਹ ਬੰਦਾ ਜਿਹੜਾ ਉਹ ਸਰਵਾਈਵ ਕਰ ਗਿਆ, ਬੋਡੀ ਦੇ ਵਿੱਚ ਜਾਨ ਆ ਗਈ ਵਾਪਸ। ਹੁਣ ਇਹ ਇੱਕ ਰੇਅਰ ਕੇਸ ਹੈ, ਲੇਕਿਨ ਜਿਹੜਾ ਹੋਇਆ ਉਹ ਕਿਸ ਤਰ੍ਹਾਂ ਹੋਇਆ ਸਾਡੀ ਸਮਝ ਤੋਂ ਪਰੇ, ਕਿ ਕਿਸ ਤਰ੍ਹਾਂ ਹੋ ਗਿਆ। ਡਾਕਟਰਸ ਕਹਿ ਦੇਣਗੇ ਕਿ ਹਾਂ ਫੰਕਸ਼ਨਲੀ ਇਹ ਹਾਰਟ ਦੁਬਾਰਾ ਫੰਕਸ਼ਨ ਸਟਾਰਟ ਕਰ ਗਿਆ। ਇੰਨੀ ਗੱਲ ਤਾਂ ਠੀਕ ਹੈ, ਸਾਨੂੰ ਪਤਾ ਕਿ ਹਾਰਟ ਫੰਕਸ਼ਨ ਦੁਬਾਰਾ ਸਟਾਰਟ ਕਰ ਗਿਆ, ਉਹਦੇ ਲੰਗਸ ਦੁਬਾਰਾ ਫੰਕਸ਼ਨ ਸਟਾਰਟ ਕਰ ਗਏ, ਲੇਕਿਨ
कितनी अचरज भरी गल है कि जिथे एक संभावना नहीं सी, लेकिन उत्थे भी एक संभावना छुपी रही कि डेड बॉडी दे विच जान वापस आ गई दोबारा। और एक केस जिहड़ा वो बेलीमा थॉमस दा 59 साल दी 59 साल दा एक पेशेंट सीगा, ਉਹਦੇ ਵਿੱਚ ਇਹ 2000 ਮਈ 2008 ਦਾ ਕੇਸ ਹੈ। ਉਹਦੇ ਵਿੱਚ ਜਿਹੜਾ ਬ੍ਰੇਨ ਇੰਜਰੀ ਜਿਹੜੀ ਆ ਉਹ ਅਕਰ ਹੋ ਗਈ ਸੀ। ਉਹਨੂੰ ਵੈਂਟੀਲੇਟਰ ਦੇ ਉਸ ਪੇਸ਼ੈਂਟ ਨੂੰ ਖੜਿਆ ਗਿਆ, ਵੈਂਟੀਲੇਟਰ ਦੇ ਵਿੱਚ ਫਿਰ ਉਹਦਾ ਬ੍ਰੇਨ ਆਲਮੋਸਟ ਡੈਡ ਹੋ ਗਿਆ ਸੀ, ਬਿਲਕੁਲ ਡੈਡ ਹੋ ਗਿਆ। ਔਰ 17 ਘੰਟੇ ਡਾਕਟਰ ਦੇਖਦੇ ਰਹੇ ਵੀ 17 ਘੰਟੇ ਉਹਦੇ ਵਿੱਚ ਕੋਈ ਬ੍ਰੇਨ ਐਕਟੀਵਿਟੀ ਜਿਹੜੀ ਆ ਉਹ ਉਹਨਾਂ ਨੂੰ ਕੋਈ ਦਿਖਾਈ ਨਹੀਂ ਦਿੱਤੀ, ਤੇ ਉਹਨਾਂ ਨੇ ਜਿਹੜਾ ਉਹਨੂੰ ਡੈਡ ਡਿਕਲੇਅਰ ਕੀਤਾ। ਉਹ ਡੈਡ ਡਿਕਲੇਅਰ ਕਰਨ ਤੋਂ ਬਾਅਦ ਉਹ ਬੰਦਾ ਜਿਹੜਾ ਵਾਪਸ ਦੁਬਾਰਾ ਜਿਹੜੇ ਉਹਨੂੰ ਦੇਖਿਆ ਗਿਆ ਤੇ ਉਹ ਦੁਬਾਰਾ ਰਿਵਾਈਵ ਕਰ ਗਿਆ ਔਰ ਸਰਵਾਈਵ ਕੀਤਾ ਬੜੀ ਦੇਰ। ਬਈ ਦੋ ਕੇਸ ਨੇ ਜਿਹੜੇ, ਹੁਣ ਬੰਦਾ ਕੌਣ ਹੈ, ਜ਼ਿੰਦਾ ਕੌਣ ਹੈ ਤੇ ਮੁਰਦਾ ਕੌਣ ਹੈ, ਇਹਨੂੰ ਤੇ ਡਿਸਾਈਡ ਬੇਸਿਕਲੀ ਡਾਕਟਰ ਕਰੇਗਾ ਅਗਰ ਕੇਸ ਹਸਪੀਟਲ ਵਿੱਚ। ਤੇ ਜਿਹੜੇ ਡਾਕਟਰ ਨੇ ਡਿਸਾਈਡ ਕੀਤਾ ਕਿ ਬੰਦਾ ਡੈਡ ਹੈ, ਜਿਹੜੇ ਡਾਕਟਰ ਨੇ ਡਿਸਾਈਡ ਕਰਤਾ ਬੰਦਾ ਡੈਡ ਹੈ ਤੇ ਬੰਦੇ ਵਿੱਚ ਜਾਨ ਵਾਪਸ ਆ ਗਈ, ਤਾਂ ਅਸੀਂ ਇਹਨੂੰ ਕੀ ਕਵਾਂਗੇ? ਅਜੂਬਾ ਹੀ ਕਵਾਂਗੇ ਨਾ। ਦੇਸੀ ਜ਼ੁਬਾਨ ਦੇ ਵਿੱਚ ਇਹਨੂੰ ਚਮਤਕਾਰ ਕਹਿ ਲਾਂਗੇ, ਅੰਗਰੇਜ਼ੀ ਚ ਇਹਨੂੰ ਵਾਂਡਰ ਕਹਿ ਲਏਗਾ, ਕੋਈ ਬੜਾ ਵਾਂਡਰ ਵਾਪਰ ਗਿਆ। ਕਈ ਪ੍ਰਕਾਰ ਦੇ ਨਾਂ ਇਹਨੂੰ ਦਿੱਤੇ ਜਾਣਗੇ। ਲੇਕਿਨ ਕਰੋੜਾਂ ਅਰਬਾਂ ਕੇਸਿਸ ਦੇ ਵਿੱਚ ਐਸੀ ਘਟਨਾ ਵਾਪਰ ਗਈ। ਹੁਣ ਵਾਪਰ ਗਈ ਤੇ ਇਹਦਾ ਮਤਲਬ ਹੈ ਪ੍ਰੋਬੇਬਿਲਿਟੀ ਇਜ਼ देयर, ਸੰਭਾਵਨਾ ਹੈ ਘਟਨਾ ਵਾਪਰਨ ਦੀ। ਤੋ ਇਹਨਾਂ ਚੀਜ਼ਾਂ ਤੋਂ ਅਸੀਂ ਇਨਕਾਰ ਕਿਸ ਨਾਲ ਕਰਾਂਗੇ? ਇਹਨਾਂ ਚੀਜ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਇੱਕ ਮੁਰਗੇ ਦੀ ਗਰਦਨ ਜਿਹੜੀ ਹੈ ਉਹ ਕੱਟੀ ਗਈ ਤੇ ਉਹ 18 ਮਹੀਨੇ ਜ਼ਿੰਦਾ ਰਿਹਾ, ਤੇ ਅਗਰ ਕਿਸੇ ਬੰਦੇ ਦੀ ਗਰਦਨ ਇਸ ਤਰ੍ਹਾਂ ਕੱਟੀ ਜਾਏ ਔਰ ਐਕਸਪਲੇਨੇਸ਼ਨ ਉਹੀ ਲਾਈ ਜਾਏ ਕਿ ਹਾਂ ਵੀ ਉੱਥੇ ਵੀ ਇੱਕ ਬੰਦੇ ਦੇ ਕੇਸ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ, ਸੋ ਹੂ ਕੈਨ ਡਿਨਾਈ? ਵੀ ਇਹ ਤੇ ਕੁਦਰਤ ਹੈ ਨਾ, ਇਹ ਵੀ ਇੱਕ ਸੰਭਾਵਨਾ ਕਦੇ ਵਾਪਰ ਸਕਦੀ ਹੈ। ਵੀ ਡੋਂਟ ਨੋ, ਵੀ ਨੈਵਰ ਨੋ। ਉਹਦੀ ਵੀ ਕੋਈ ਮੈਡੀਕਲ ਐਕਸਪਲੇਨੇਸ਼ਨ ਹੋਏਗੀ ਜਿਹੜੇ ਘਟਨਾ ਵਾਪਰੇਗੀ। ਸੋ ਇਹ ਗੱਲ ਹੈ ਕਿ ਪ੍ਰੋਬੇਬਿਲਿਟੀਜ਼ ਨੂੰ ਅਸਵੀਕਾਰ ਕਰਨਾ ਤੇ ਇਹ ਮਤਲਬ ਸਿੱਧਾ ਹੈ ਕਿ ਅਸੀਂ ਸੱਚ ਤੋਂ ਜਿਹੜਾ ਉਹ ਭੱਜ ਰਹੇ, ਜਿਹੜੀ ਕੁਦਰਤ ਦੀ ਇੱਕ ਸੱਚਾਈ ਹੈ ਉਸ ਤੋਂ ਅਸੀਂ ਭੱਜ ਰਹੇ ਹਾਂ ਕਿ ਕੁਦਰਤ ਵਿੱਚ ਕਈ ਘਟਨਾਵਾਂ ਵਿਸਮਾਦੀ ਰੂਪ ਦੇ ਵਿੱਚ ਜਿਹੜੀਆਂ ਵਾਪਰਦੀਆਂ ਨੇ। ਹਾਂ, ਇਹ ਠੀਕ ਹੈ ਕਿ ਕਈ ਵਾਰੀ ਉਹਨਾਂ ਘਟਨਾਵਾਂ ਨੂੰ ਲੈ ਕੇ ਕੁਝ ਵੱਧ ਚੜ ਕੇ ਗੱਲਾਂ ਕੀਤੀਆਂ ਜਾਂਦੀਆਂ, ਉਹਨਾਂ ਘਟਨਾਵਾਂ ਨੂੰ ਲੈ ਕੇ ਕਿ ਕੁਝ ਉਹਨਾਂ ਘਟਨਾਵਾਂ ਦੇ ਆਧਾਰ ਤੇ ਕੁਝ ਹੋਰ ਹੀ ਘਟਨਾਵਾਂ ਘੜ ਲਈਆਂ ਜਾਂਦੀਆਂ। देयर इज आल्सो पॉसिबिलिटी ऑफ दैट काइंड ऑफ थिंकिंग कि भाई नहीं जी ये भी हो सकता, भी हो सकता, इस तरह कुछ गल्लां वो कीतियां जांदियां। लेकिन ਇਹਦਾ ਮਤਲਬ ਕਤਈ ਨਹੀਂ ਹੈ ਕਿ ਬਈ ਕੋਈ ਗਲਤ ਤਰੀਕੇ ਨਾਲ ਅਗਰ ਕਿਸੇ ਗੱਲ ਨੂੰ ਪੇਸ਼ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਇਸ ਕੁਦਰਤ ਦੇ ਵਿੱਚ ਵਿਸਮਾਦ ਹੀ ਖਤਮ ਹੋ ਗਿਆ, ਅਸੀਂ ਸਾਰੀ ਕੁਦਰਤ ਸਮਝ ਕੇ ਕੋਈ ਜੇਬ ਵਿੱਚ ਪਾ ਲਈ ਹੈ। ਨਹੀਂ, ਆਇਨਸਟੀਨ ਨੇ ਬੜੀ ਇੱਕ ਅੱਛੀ ਗੱਲ ਕਹੀ ਸੀਗੀ, ਹੀ ਵਾਸ ਅ ਗ੍ਰੇਟ ਸਾਇੰਟਿਸਟ ਆਫ ਹਿਸ ਟਾਈਮਸ। ਅੱਜ ਵੀ ਆਇਨਸਟਾਈਨ ਤੋਂ ਬਿਨਾਂ ਤੇ ਕੋਈ ਸਾਇੰਸ ਦੀ ਜਿੱਲੇ ਅਸੀਂ ਫਿਜ਼ਿਕਸ ਦੀ ਹਿਸਟਰੀ ਲਿਖਾਂਗੇ ਜਾਂ ਫਿਜ਼ਿਕਸ ਦੀ ਗੱਲ ਚੱਲਦੀ ਹੈ ਤੇ ਆਇਨਸਟਾਈਨ ਦੇ ਨਾਮ ਬਿਨਾਂ ਪੂਰੀ ਨਹੀਂ ਹੁੰਦੀ। ਸੋ ਆਇਨਸਟਾਈਨ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਆਦਮੀ ਦੀ ਜਿਹੜੀ ਪੋਜੀਸ਼ਨ ਹੈ ਉਹ ਇਸ ਕੁਦਰਤ ਦੇ ਵਿੱਚ ਆਦਮੀ ਦੀ ਜਿਹੜੀ ਪੋਜੀਸ਼ਨ ਹੈ ਕਾਇਨਾਤ ਦੇ ਵਿੱਚ ਉਹ ਇਸ ਤਰ੍ਹਾਂ ਹੈ ਕਿ ਇਹ ਕੁਦਰਤ ਇੱਕ ਐਸੀ ਲਾਇਬ੍ਰੇਰੀ ਵਰਗਾ ਹੈ ਜਿਹਦੇ ਰੈਕਸ ਲੱਖਾਂ ਤੇ ਲੱਖਾਂ ਕਿਤਾਬਾਂ ਨਾਲ ਭਰੇ ਨੇ, ਔਰ ਆਦਮੀ ਅਜੇ ਤੱਕ ਉਹਨਾਂ ਲੱਖਾਂ ਕਿਤਾਬਾਂ ਵਿੱਚੋਂ ਸਿਰਫ ਇੱਕ ਕਿਤਾਬ ਦੇ ਕੁਝ ਪੰਨੇ ਹੀ ਪੜ੍ਹ ਪਾਇਆ। ਇਹ ਉਸ ਸਾਇੰਟਿਸਟ ਨੇ ਕਿਹਾ ਸੀਗਾ ਇਸ ਕਾਇਨਾਤ ਦੇ ਬਾਰੇ 'ਚ। ਔਰ ਅਸੀਂ ਜਿਹੜੇ ਕਿ ਜਿਨ੍ਹਾਂ ਨੇ ਸਾਇੰਸ ਵੀ ਪੂਰੀ ਚੰਗੀ ਤਰ੍ਹਾਂ ਨਹੀਂ ਪੜ੍ਹੀ, ਜਿਨ੍ਹਾਂ ਦਾ ਉੱਠਣ ਬੈਠਣ ਵੀ ਕਦੇ ਐਸੇ ਲੋਕਾਂ ਨਾਲ ਨਹੀਂ ਰਿਹਾ, ਜਿਨ੍ਹਾਂ ਨੇ ਮੈਥਮੈਟੀਕਲ ਪ੍ਰੋਬੇਬਿਲਿਟੀਜ਼ ਨਹੀਂ ਪੜ੍ਹੀਆਂ, ਜਿਨ੍ਹਾਂ ਨੇ ਸਾਇੰਟਿਫਿਕ ਪ੍ਰੋਬੇਬਿਲਿਟੀਜ਼ ਨੂੰ ਨਹੀਂ ਪੜ੍ਹੀਆਂ, ਜਿਨ੍ਹਾਂ ਨੇ ਫਿਲਾਸਫੀਕਲ ਪ੍ਰੋਬੇਬਿਲਿਟੀਜ਼ ਨਹੀਂ ਪੜ੍ਹੀਆਂ, ਤੇ ਉਹ ਝੱਟ ਕਿਸੇ ਜਗ੍ਹਾ ਬੈਠ ਕੇ ਤੇ ਇੱਕਦਮ ਹੀ ਜਾਂ ਕਿਸੇ ਗੱਲ ਨੂੰ ਬੜੀ ਉੱਪਰ ਲੈ ਜਾਣਗੇ ਜਾਂ ਇੱਕਦਮ ਹੀ ਕਿਸੇ ਇੱਕ ਸੰਭਾਵਨਾ ਨੂੰ ਬਿਲਕੁਲ ਐਸੇ ਲੈਵਲ ਤੇ ਜਾ ਕੇ ਇਨਕਾਰ ਕਰਨ ਦੇਣਗੇ ਜਿੱਥੋਂ ਬੰਦੇ ਦੀ ਆਪਣੀ ਜਿਹੜੀ ਹੈ ਉਹ ਇੱਕ ਦਿਮਾਗ ਦੀ ਸੋਚ ਜਿਹੜੀ ਹੈ ਉਹ ਇਤਨੀ ਵਿਸਤ੍ਰਿਤ ਨਜ਼ਰ ਨਹੀਂ ਆਉਂਦੀ। ਉਹ ਲੱਗਦਾ ਕਿ ਥੋੜੀ ਜਿਹੀ ਸੰਕੀਰਨ ਸੋਚ ਦੇ ਨਾਲ ਅਸੀਂ ਕਿਵੇਂ ਇਸ ਕੁਦਰਤ ਦੇ ਬਾਰੇ, ਇਸ ਜਿਹੜੀ ਕਾਦਰ ਦੀ ਜਿਹੜੀ ਸ਼ਕਤੀ ਹੈ ਉਹਦੇ ਬਾਰੇ ਅਸੀਂ ਕਰ ਜਾਂਦੇ ਹਾਂ, ਅੰਡਰ ਐਸਟੀਮੇਟ ਕਰ ਦਿੰਦੇ ਹਾਂ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਚਮਤਕਾਰ ਨੂੰ ਲੈ ਕੇ ਜਿਹੜੀ ਮੈਂ ਉਸ ਐਪੀਸੋਡ ਦੇ ਵਿੱਚ ਨਹੀਂ ਕੀਤੀ ਸੀਗੀ, ਲੇਕਿਨ ਕਈ ਜਗ੍ਹਾ ਮੈਂ ਗੱਲ ਕਰ ਚੁੱਕਾ
सब तो वड्डी गल यह है कि अगर इस संसार का सब तो बड़ा करिश्मा अगर कोई समझा जाए, सब तो बड़ा करिश्मा, सब तो सिरमौर करिश्मा, तो वह कादर दी होंद है। हुण कादर दी होंद नूं भी ते अपने एथीस्ट लोग जिहड़े ना वो इसी बेस ते चैलेंज करदे ना कि बई इदां दा करिश्माई रब किस तरह हो सकदा कि जिहड़ा इस कायनात नूं बना दे, नहीं हो सकदा। उन्हां दा आर्गूमेंट ही है कि भी तुहाडा रब ते इक जादूई रब है, तुहाडा रब ते इक मिराकलस है जिहड़ा अपने आप तो आप होया ते अपने आप तो कुछ भी नहीं हुंदा। अपने आप तो कुछ होण वाला जादू नहीं हो सकदा, इस करके रब नहीं है। ते साडे प्रचारक जिहड़े ने रब नूं ते मनदे ने, सब तो वड्डे चमत्कार नूं ते मनदे ने ते बाकी निक्की-निक्की चमत्कारां दे उपर ते बड़ा-बड़ा वड्डा लैक्चर दिंदे ने। ठीक है ना? कुछ गल्लां नूं कहना ठीक भी हुंदा है, लेकिन एक प्रॉपर ढंग दे नाल। जिथे जिस गल नूं नकारिया जाए वो उस हद तक नकारिया जाना चाहिए ते जिथे गल उस हद तो लैवल ते नहीं नकारी जा सकती, उत्थे साडी विजडम ये कहती है कि सानू वो चीज़ एक्सेप्ट भी करनी चाहिए कि हाँ ऐसा भी होया और ऐसा भी हो सकता है। हुण साइंटिस्ट कहते हैं कि करोड़ां साल तो इस धरती के ऊपर जीवन नहीं सी, कोई जीवन का नामो निशान नहीं सी, ये गर्म सी। हज़ारां लखां डिग्री दा टैंपरेचर सीगा और कोई वस्तु इहदे विच सर्वाइव कर नहीं सी सकदी। जीवन नां दी कोई चीज़ सोची भी नहीं जा सकती उस सिचुएशन दे विच। लेकिन जिसले कुदरत दा भाणा जिहनूं कहने आ या जिसले कादर दा भाणा वरतिया आस्ता-आस्ता इस धरती उपर जिहड़ी कि साइंटिस्टां दे मुताबिक कदे अग दा गोला सी, उत्थे भांत-भांत प्रकार दे जीवन आ गया और विस्मादी रूप विच आया कि जिहनूं अज तक इंसान समझ नहीं सकिया। हुण चंद ते जीवन नहीं है, लेकिन इहदी प्रोबेबिलिटी है। मंगल ते भी जीवन नहीं है, शुक्र ते जीवन नहीं है, लेकिन प्रोबेबिलिटी इज़ देयर। अगर धरती ते कदे जीवन प्रकट हो सकदा ते असीं इस चीज़ तो किस तरह इनकारी हो सकने कि कदे उस टाइम उत्थे भी जीवन प्रकट हो सकदा। जिस वेले वो सिचुएशन माकूल होईयां, जिस वेले वो चीज़ उत्थे बनना स्टार्ट होई ते उत्थे भी वापर सकदी है ये घटना। अज सानू कोई कहेगा कि नहीं चंद दे उपर जीवन जिहड़ा वो ते ओहदी गल ते एक मिराकल है। अज दी डेट विच जिहड़ी असंभव है गल, वो किसी डेट विच पॉसिबल हो सकदी, वापर सकदी है ते जदों वापरेगी उदों करिश्मा होएगा। जिस तरह इस धरती ते जीवन जिहड़ा इस पूरे ब्रह्मंड दा जिथे तक इंसान दी निगाह गई है, वो ते खोज नहीं पाया और लखां करोड़ां तारिਆਂ दे विचों हज़ारां ग्रहां दे विचों एक प्रोबेबिलिटी एक जगह ते सानू नज़र आई है, सिर्फ इक्को ही जगह संभावना बड़ी जीवन दी, वो बनी है धरती। हुण इत्थे संभावना क्यों है? क्योंकि बन गई संभावना, प्रोबेबिलिटी है। सो चमत्कारां नूं इस रूप दे विच लैणा कि बई ये देख लेना कि कोई घटना हो ही नहीं सकती। अज मैं एक चीज़ होर एक गल मैं कह चुका कि इस धरती जिहड़ी क्रस्ट है, इहदा मेजोरिटी जिहड़ा पार्ट है दैट इज़ मेड ऑफ सिलिकॉन, दैट इज़ सिलिकॉन। और अज असीं मोबाइल दे जिहड़े साडे चिप्स ने सारे सिलिकॉन दे बने ने। ते क्या सानू कदे को अपने आप ही चिप पई नज़र आ गई किते भी ये किसी ने नहीं बनाई, ये सिलिकॉन दे विचों बन के बाहर आ गई? नहीं नज़र आई। असीं ये कहने कि धरती तो इवॉल्व होया जीवन, ਉਹਦੀ ਸਾਇੰਟਿਫਿਕ ਐਵੀਡੈਂਸਿਸ दैट इज़ ओके, दैट इज़ गुड। लेकिन साडी ते क्वेस्ट जिहड़ी है, साडी जिहड़ी खोज है वो उत्थे तक है कि भी ऑर्गेनिक तो जीवन ऑर्गेनिक कंडीशंस तो जीवन जिहड़ा वो बनिया, लाइफ बनी, वो तो समझ आती गल। लेकिन वो पहली लाइफ इनऑर्गेनिक मैटर तो बनी, वो ਉਹਦੀ पॉसिबिलिटीज जिहड़ियां ਉਹਦੀ संभावना ਨੂੰ ਜਿਹੜੇ ਅਸੀਂ देखिए कि भी एक अनऑर्गेनिक स्टफ ਦੇ ਵਿੱਚੋਂ ऑर्गेनिक चीज जन्म ले रही है। ये बड़ा वड्डा एक धरती के उपर वापरिया एक चमत्कार है। सो एक्सप्लेनेशन मिल जाने का अर्थ ये नहीं होता कि उस चीज दी दा महत्व जीरो हो गया। नो, नॉट एट ऑल। असी अज देख लिया कि धरती सूरज के आले दुआले चक्कर कटती है, किसी टाइम इंसान को नहीं सी पता। असी ये देख लिया कि चंद धरती के आले दुआले चक्कर कटता, हुण असीं समझ लिया कि चक्कर कटदा है, इन्ने दिन च कटदा, असीं टाइम डिवीजन भी कर ली। इहदा मतलब ये नहीं है कि उस चक्कर का महत्व घट गया। इहदा मतलब ये नहीं है कि सूरज के आले दुआले धरती के चक्कर का महत्व घट गया। सोचण वाली गल यह है कि वो क्या एक्यूरेसी है उस चक्कर दे विच, क्या चंद्रमा की उस चाल की एक्यूरेसी है, कितना विस्माद, कितना अचरज है उहदे पर।
कि इन्हां सारियां कंडीशनस ने मिल के इत्थे जीवन वर्गा एक विस्मादी ਜਿਹੜਾ ਕਿਤੇ ਹੋਰ ਗ੍ਰਹਿ ਤੇ ਨਹੀਂ ਉਹ ਚੀਜ਼ ਪ੍ਰਗਟ ਹੋਈ, ਸਾਨੂੰ ਇੱਥੇ ਨਜ਼ਰ ਆਉਂਦੀ ਹੈ। ਸੋ ਇਹਨੂੰ ਅਸੀਂ ਚਮਤਕਾਰ ਤੋਂ ਘੱਟ ਕਵਾਂਗੇ? ਸਾਡੇ ਪਾਸੇ ਚ ਨਹੀਂ ਹੈ ਕਿ ਅਸੀਂ ਕਿਸੇ ਇੱਕ ਕਿਸੇ ਅਸੀਂ ਬੈਲੂਨ ਦੇ ਵਿੱਚ, ਕਿਸੇ ਫਲੂਸ ਦੇ ਵਿੱਚ ਹਵਾ ਭਰ ਕੇ ਉਹਨੂੰ ਥੋੜੀ ਦੇਰ ਅਸਮਾਨ ਵਿੱਚ ਟਿਕਾ ਸਕਦੇ ਹਾਂ, ਲੇਕਿਨ ਕਿਆ ਅਸੀਂ ਇਸ ਧਰਤੀ ਵਰਗੇ ਵਿਸ਼ਾਲ ਪਿੰਡ ਨੂੰ ਅਸਮਾਨ ਦੇ ਵਿੱਚ ਟਿਕਾ ਸਕਦੇ ਹਾਂ? ਕਿਆ ਅਸੀਂ ਸੂਰਜ ਵਰਗੇ ਵਿਸ਼ਾਲ ਪਿੰਡ ਨੂੰ ਅਸਮਾਨ ਵਿੱਚ ਟਿਕਾ ਸਕਦੇ ਹਾਂ ਖਲਾ ਦੇ ਵਿੱਚ? ਬਾਈ ਐਨੀ ਮੀਨਸ ਅਸੀਂ ਨਹੀਂ, ਸਾਡੇ ਵੱਸ ਦੀ ਗੱਲ ਨਹੀਂ ਹੈ। ਲੇਕਿਨ ਇਸ ਕੁਦਰਤ ਦੇ ਵਿੱਚ ਜਿਹੜੇ ਅਸੀਂ ਦੇਖ ਰਹੇ ਹਾਂ ਤੇ ਸਾਡਾ ਉਸ ਆਸ਼ਚਾਰਿਆ ਨਾਲ, ਉਸ ਅਚਰਜ ਨਾਲ ਸਾਡਾ ਸਿਰ ਨਕ ਬਸਤਕ ਹੁੰਦਾ ਕਿ ਕਾਦਰ ਨੇ ਇਹ ਕ੍ਰਿਸ਼ਮਾ ਜਿਹੜਾ ਕਿਸ ਤਰ੍ਹਾਂ ਕੀਤਾ। ਜਿਹੜੇ ਬੰਦੇ ਕਹਿੰਦੇ ਨੇ ਕਿ ਕਾਦਰ ਨਹੀਂ ਹੈ ਜਾਂ ਕਾਦਰ ਦੇ ਬਿਨਾਂ ਹੀ ਕ੍ਰਿਸ਼ਮਾ ਹੋਇਆ, ਉਹਨਾਂ ਦੇ ਅੱਗੇ ਵੀ ਤੇ ਸਵਾਲ ਹੈ ਕਿ ਬਈ ਕਿਸ ਤਰ੍ਹਾਂ ਹੋ ਗਿਆ? ਜੇ ਹੋ ਗਿਆ ਤੇ ਕਿਆ ਇਹ ਅਚਰਜ ਪੂਰਨ ਨਹੀਂ ਹੈ? ਕਿਆ ਇਹ ਵਾਹ ਕਹਿਣ ਵਾਲੀ ਚੀਜ਼ ਨਹੀਂ ਹੈ? ਕਿਆ ਇੱਕ ਸਰ ਝੁਕਾਉਣ ਵਾਲੀ ਚੀਜ਼ ਨਹੀਂ ਹੈ? ਸੋ ਇਹ ਹੈ ਕਿ ਚਮਤਕਾਰ ਦੇ ਉੱਪਰ ਜਿਹੜੀ ਮੈਂ ਸਟੇਟਮੈਂਟ ਦਿੱਤੀ ਸੀਗੀ ਉਹਨੂੰ ਗਲਤ ਪਰਿਪੇਖ ਦੇ ਵਿੱਚ ਸਮਝਣ ਤੋਂ ਚੰਗਾ ਕਿ ਅਸੀਂ ਉਹਨੂੰ ਸਹੀ ਪਰਿਪੇਖ ਵਿੱਚ ਸਮਝੀਏ। ਔਰ ਜਿਹਦੇ ਮਨ ਵਿੱਚ ਕੋਈ ਐਸਾ ਸਵਾਲ ਆਉਂਦਾ ਹੈ, ਮੇਰੀ ਉਸ ਜਿੱਥੋਂ ਤੱਕ ਮੇਰੀ ਸਟੇਟਮੈਂਟ ਦਾ ਸਵਾਲ ਹੈ ਉਹਦੇ ਬਾਰੇ ਵਿੱਚ ਕੋਈ ਸਵਾਲ ਆਉਂਦਾ ਤੇ ਅਗਰ ਉਹ ਸ਼ਖਸ ਜਾਂ ਉਹ ਸੱਜਣ ਅਗਰ ਉਹ ਮੇਰੇ ਨਾਲ ਇਨ ਟੱਚ ਵਿੱਚ, ਤੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਮੈਨੂੰ ਪੁੱਛਣ ਸਿੱਧਾ। ਮੇਰੀ ਬੈਕ ਤੇ ਗੱਲ ਕਰਨ ਦਾ ਜਿਹੜਾ ਉਹ ਤੇ ਉਹੀ ਗੱਲ ਕਰੇਗਾ ਜਿਹੜਾ ਮੇਰੀ ਇਨ ਟੱਚ 'ਚ ਨਹੀਂ ਹੈ ਜਾਂ ਜਿਹੜਾ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦਾ। ਉਹ ਸੱਜਣ ਮੇਰੇ ਇਸ ਬਾਰੇ ਤਬਸਰਾ ਕਰ ਸਕਦੇ ਨੇ, ਗੱਲ ਕਰ ਸਕਦੇ ਨੇ। ਲੇਕਿਨ ਜਿਹੜੇ ਸੱਜਣ ਮੇਰੀ ਪ੍ਰੋਕਸੀਮਿਟੀ ਵਿੱਚ ਨੇ ਜਾਂ ਮੇਰੇ ਨਾਲ ਗੱਲ ਕਰ ਸਕਦੇ ਨੇ, ਮੇਰੇ ਨਾਲ ਗੱਲ ਕਰਦੇ ਨੇ, ਤੇ ਉਹਨਾਂ ਨੂੰ ਮੇਰੀ ਬੈਕ ਤੇ ਗੱਲ ਕਰਨ ਤੋਂ ਬਜਾਏ ਮੇਰੇ ਨਾਲ ਮੇਰੀ ਕਈ ਗੱਲ ਦਾ ਜਿਹੜਾ ਸਾਰ ਹੈ ਜਾਂ ਉਹਦਾ ਭਾਵ ਜਿਹੜਾ ਉਹ ਮੈਨੂੰ ਪੁੱਛ ਲੈਣਾ ਚਾਹੀਦਾ। ਜੇ ਮੇਰੇ ਨਾਲ ਉਹ ਗੱਲ ਬਾਤ ਕਰਦੇ ਹੀ ਨਾ ਹੋਣ ਤੇ ਉਹ ਕੋਈ ਭਾਵ ਕੱਢਦੇ ਰਹਿਣ ਤੇ ਫਿਰ ਤੇ ਉਹ ਸਿਚੁਏਸ਼ਨ ਮੇਰੇ ਕੰਟਰੋਲ ਵਿੱਚ ਨਹੀਂ ਹੈ। ਲੇਕਿਨ ਜਿੱਥੇ ਤੱਕ ਗੱਲਬਾਤ ਹੁੰਦੀ ਹੈ ਬੰਦੇ ਦੀ, ਤੇ ਗੱਲਬਾਤ ਬੰਦੇ ਨਾਲ ਸਿੱਧੀ ਕੀਤੀ ਜਾਣੀ ਚਾਹੀਦੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਜਿਸ ਸੰਵਾਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਸੰਵਾਦ ਆਪਸ ਵਿੱਚ ਕਰ ਰਹੇ ਹਾਂ ਜਾਂ ਵਿਸ਼ੇਸ਼ ਰੂਪ ਤੇ ਸਿੱਖ ਸਿਧਾਂਤਾਂ ਨੂੰ ਲੈ ਕੇ, ਔਰ ਉਹਦੇ ਵਿੱਚ ਅਸੀਂ ਸੰਵਾਦ ਦਾ ਤਰੀਕਾ ਜਿਹੜਾ ਉਹਦੀ ਡਾਇਮੈਂਸ਼ਨ ਨੂੰ ਇੱਕ ਅਨਨੈਸੈਸਰੀ ਕ੍ਰਿਟਿਸਿਜ਼ਮ ਜਾਂ ਇੱਕ ਅਨਨੈਸੈਸਰੀ ਤਰੀਕੇ ਦੇ ਨਾਲ ਕ੍ਰਿਟਿਸਿਜ਼ਮ, ਉਸ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਉਹ ਇੱਕ ਹੈਲਦੀ ਮੋਡ ਆਫ ਕ੍ਰਿਟਿਸਿਜ਼ਮ ਨਹੀਂ ਹੈ ਜਾਂ ਇੱਕ ਹੈਲਦੀ ਮੋਡ ਆਫ ਡਾਇਲੌਗ ਨਹੀਂ ਹੈ। ਡਾਇਲੌਗ ਸਾਨੂੰ ਕਰਨਾ ਚਾਹੀਦਾ, ਚਾਹੇ ਉਹ ਚਮਤਕਾਰ ਹੋਏ ਜਾਂ ਦਾ ਵਿਸ਼ਾ ਹੋਏ ਜਾਂ ਹੋਰ ਕੋਈ ਵਿਸ਼ਾ ਹੋਏ ਜਿਹਦੇ ਉੱਪਰ ਅਸੀਂ ਕਰ ਸਕਦੇ ਹਾਂ। ਜਿਹੜਾ ਵਿਸ਼ਾ ਜਿਹਦੇ ਬਾਰੇ ਅਸੀਂ ਜਾਣਦੇ ਨਹੀਂ ਹਾਂ, ਜਿਹਦੇ ਬਾਰੇ ਸਾਡੀ ਸਟੱਡੀ ਨਹੀਂ ਹੈ ਪੂਰੀ, ਉਹਦੇ ਬਾਰੇ ਵਿੱਚ ਦਾਅਵਾਪੂਰਨ ਸਟੇਟਮੈਂਟਸ ਦੇ ਦੇਣੀਆਂ, ਆਈ ਥਿੰਕ ਕਿ ਉਹ ਠੀਕ ਨਹੀਂ ਹੁੰਦੀਆਂ। ਉਹ ਇਸ ਤਰ੍ਹਾਂ ਦਾ ਇੱਕ ਕੰਮ ਹੋਏਗਾ ਕਿ ਜਿਸ ਤਰ੍ਹਾਂ ਇੱਕ ਸੁਨਿਆਰੇ ਨੂੰ ਅਗਰ ਅਸੀਂ ਇਹ ਪੁੱਛੀਏ, ਦੁਕਾਨ ਤੇ ਬੈਠੇ ਸੁਨਿਆਰੇ ਨੂੰ, ਕਿ ਭਾਈ ਸਾਹਿਬ ਤੁਹਾਨੂੰ ਕਸਵੱਟੀ ਲਾਉਣ ਦੀ ਪੂਰੀ ਜਾਂਚ ਆ ਗਈ ਹੈ, ਤੇ ਉਹ ਇਹ ਕਵੇ ਕਿ ਨਹੀਂ ਮੈਨੂੰ ਜਾਂਚ ਤੇ ਅਜੇ ਪੂਰੀ ਨਹੀਂ ਹੈ, ਮੈਂ ਕਸਵੱਟੀ ਲਗਾਉਣਾ ਅਜੇ ਪੂਰੀ ਤਰ੍ਹਾਂ ਸਿੱਖਿਆ ਨਹੀਂ ਹੈ, ਪ੍ਰੋਸੀਜਰ ਨੂੰ ਪੜ੍ਹਿਆ ਨਹੀਂ ਹੈ, ਲੇਕਿਨ ਮੈਂ ਕਸਵੱਟੀ ਲਾ ਲੈਂਦਾ। ਤੇ ਮੇਰਾ ਖਿਆਲ ਉੱਥੇ ਉਸ ਦੁਕਾਨਦਾਰ ਨੂੰ ਥੋੜਾ ਸੋਚਣਾ ਪਏਗਾ ਕਿ ਜੇ ਪੂਰਾ ਪੜ੍ਹਿਆ ਹੀ ਨਹੀਂ ਹੈ ਤੇ ਫਿਰ ਕਸਵੱਟੀ ਕੀ ਲਾਣੀ, ਠੀਕ ਹੈ। ਤੇ ਫਿਰ ਕਸਵੱਟੀ ਲਾਣਾ ਥੋੜਾ ਜਿਹਾ ਔਖਾ ਕੰਮ ਹੁੰਦਾ। ਤੇ ਸੋ ਇਹ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਵਿਚਾਰਾਂ ਦਾ ਪ੍ਰਗਟਾਵਾ ਕਰਨਾ, ਦੈਟ ਇਜ਼ ਓਕੇ। ਹਰ ਬੰਦੇ ਨੂੰ ਜਿਤਨੀ ਕਿ ਸਮਝ ਆਏ ਉਤਨੇ ਵਿਚਾਰ ਉਹ ਪ੍ਰਗਟ ਕਰਦਾ, ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਕਹੀਏ ਕਿ ਵਿਚਾਰ ਪ੍ਰਗਟ ਨਹੀਂ ਕਰ ਸਕਦਾ। ਲੇਕਿਨ ਡਿਸਾਈਸਿਵਲੀ ਹੋ ਕੇ ਇੱਕ ਦਾਅਵਾਪੂਰਨ ਤਰੀਕੇ ਦੇ ਨਾਲ ਵਿਚਾਰਾਂ ਨੂੰ ਪੇਸ਼ ਕਰਨਾ, ਉਹਦੇ ਵਿੱਚ ਫਿਰ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਹਦੇ ਵਿੱਚ ਫਿਰ ਬੰਦੇ ਨੂੰ ਡਿਕਲੇਅਰ ਕਰਨਾ ਪੈਂਦਾ ਕਿ ਨਹੀਂ, ਮੈਨੂੰ ਇਹ ਪੂਰੀ ਇਸ ਚੀਜ਼ ਦੀ ਨੌਲੇਜ ਹੈ ਜਾਂ ਮੈਂ ਇਸ ਬਾਰੇ ਗੱਲ ਕਰ ਸਕਦਾ। ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇਜਾਜ਼ਤ ਚਾਹਾਂਗਾ ਸਰੋਤਿਆਂ ਕੋਲੋਂ, ਔਰ ਆਸ ਕਰਦਾ ਕਿ ਮੈਂ ਆਪਣੇ ਨੁਕਤਿਆਂ ਨੂੰ ਜਿਹੜਾ ਉਹ ਸਪਸ਼ਟ ਕਰ ਸਕਿਆ ਹੋਵਾਂਗਾ। ਔਰ ਅਗਰ ਜਿੱਥੇ ਕਿਸੇ ਨੂੰ ਕੋਈ ਐਂਬੀਗੁਇਟੀ ਲੱਗਦੀ ਹੈ
ਅਸਪਸ਼ਟਤਾ ਲੱਗਦੀ ਹੈ ਤੇ ਮੈਂ ਜ਼ਮਾਰੀ ਸਮਝਾਂਗਾ ਕਿ ਆਪਣੀ ਕਹੀ ਦੀ ਗੱਲ ਜਿਹੜਾ ਉਹਨੂੰ ਮੈਂ ਸਪਸ਼ਟ ਕਰਾਂ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੇ ਅਗਰ ਕਿਸੇ ਕੁਝ ਕਹਿਣ ਦੇ ਵਿੱਚ ਮੇਰੇ ਕੋਲ ਕੋਈ ਵੀ ਭੁੱਲ ਚੁੱਕ ਹੋਈ ਹੋਏ ਤੇ ਮੈਂ ਖਿਮਾ ਦਾ ਜਾਚਕ ਰਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।